Good morning, 7th class. My name is Mandeep Kaur, teacher of Guru Hargobind Public High School, Fatehgarh. This is part 6 video for your second chapter of civics. So continue with the coalition government. Coalition government मतलब ਹੁੰਦਾ बेटा गठजोड़ ਦੀ सरकार. So continue. ਕਹਿੰਦੇ after the elections are over, the party that gets the largest number of seats in parliament or the state assembly, ਕਹਿੰਦੇ ਜਦੋਂ ਇੱਕ ਵਾਰ ਇਲੈਕਸ਼ਨਸ ਹੋ ਜਾਂਦੇ ਆ, ਵੋਟਸ ਹੋ ਜਾਂਦੀਆਂ ਨੇ, ਤਾਂ ਜਿਹੜੀ ਪਾਰਟੀ ਨੂੰ ਸਭ ਤੋਂ ਜ਼ਿਆਦਾ ਸੀਟਾਂ ਮਿਲੀਆਂ ਹੁੰਦੀਆਂ ਨੇ ਪਾਰਲੀਮੈਂਟ ਦੇ ਵਿੱਚ ਜਾਂ ਫਿਰ ਸਟੇਟ ਅਸੈਂਬਲੀ ਦੇ ਵਿੱਚ, ਇਜ਼ ਇਨਵਾਈਟਡ ਟੂ ਫਾਰਮ ਦਾ ਗੌਰਮੈਂਟ, ਉਹਨੂੰ ਇਨਵਾਈਟ ਕੀਤਾ ਜਾਂਦਾ ਕਿ ਆਓ ਜੀ ਸਰਕਾਰ ਬਣਾਓ ਬਾਏ ਦਾ ਪ੍ਰੈਜ਼ੀਡੈਂਟ ਔਰ ਦਾ ਗਵਰਨਰ। ਉਹਨੂੰ ਇਨਵਾਈਟ ਕੌਣ ਕਰਦਾ? ਜਾਂ ਪ੍ਰੈਜ਼ੀਡੈਂਟ ਕਰਦਾ ਬੇਟਾ, ਜਾਂ ਗਵਰਨਰ ਕਰਦਾ। ਬਟ ਸਮਟਾਈਮਸ ਨੋ ਸਿੰਗਲ ਪਾਰਟੀ ਗੈਟਸ ਅ ਮੈਜੋਰਿਟੀ, ਬਟ ਕਈ ਵਾਰ ਕੀ ਹੁੰਦਾ, ਕਹਿੰਦੇ ਇੱਕ ਜਿਹੜੀ ਸਿੰਗਲ ਪਾਰਟੀ ਹੁੰਦੀ ਹੈ, ਇੱਕ ਪਾਰਟੀ ਮੈਜੋਰਿਟੀ ਹਾਸਲ ਨਹੀਂ ਕਰ ਪਾਉਂਦੀ। ਔਨ ਸੱਚ ਓਕੇਜ਼ਨ, ਕਹਿੰਦੇ ਇਸ ਮੌਕੇ ਦੇ ਉੱਤੇ ਟੂ ਔਰ ਮੋਰ ਪਾਰਟੀਜ਼ ਜੁਆਇਨ ਟੂਗੈਦਰ, ਕਹਿੰਦੇ ਦੋ ਜਾਂ ਦੋ ਤੋਂ ਜ਼ਿਆਦਾ ਪਾਰਟੀਆਂ ਜੁਆਇਨ ਇਕੱਠੀਆਂ ਹੁੰਦੀਆਂ ਨੇ। ਐਂਡ ਸਟੇਕ ਦੇਅਰ ਕਲੇਮ ਟੂ ਫਾਰਮ ਅ ਗੌਰਮੈਂਟ, ਉਹ ਸਾਰੀਆਂ ਮਿਲ ਕੇ ਸਰਕਾਰ ਬਣਾਉਂਦੀਆਂ ਨੇ, ਠੀਕ ਹੈ ਜੀ, ਦੋ ਤੋਂ ਜ਼ਿਆਦਾ ਪਾਰਟੀਜ਼। ਦਿਸ ਇਜ਼ ਕਾਲਡ ਅ ਕੋਲੇਸ਼ਨ ਗੌਰਮੈਂਟ, ਇਹਨੂੰ ਗੱਠਜੋੜ ਦੀ ਸਰਕਾਰ ਕਹਿੰਦੇ ਆ। ਕਹਿੰਦੇ ਸਿੰਸ ਅ ਕੋਲੇਸ਼ਨ ਕੰਸਿਸਟ ਆਫ ਡਿਫਰੈਂਟ ਪਾਰਟੀਜ਼, ਕਹਿੰਦੇ ਕਿਉਂਕਿ ਜਿਹੜੀ ਇੱਕ ਗੱਠਜੋੜ ਦੀ ਸਰਕਾਰ ਹੁੰਦੀ ਆ ਉਹਦੇ ਵਿੱਚ ਅਲੱਗ-ਅਲੱਗ ਤਰ੍ਹਾਂ ਦੀਆਂ ਪਾਰਟੀਜ਼ ਆਉਂਦੀਆਂ ਨੇ, ਰਾਜਨੀਤਿਕ ਪਾਰਟੀਆਂ ਅਲੱਗ-ਅਲੱਗ ਹੁੰਦੀਆਂ ਨੇ। ਈਚ ਵਿਦ ਇਟਸ ਓਨ ਵਿਊ ਔਨ ਇਸ਼ੂਜ਼, ਕਹਿੰਦੇ ਹਰ ਇੱਕ ਦੇ ਅਲੱਗ ਵਿਊ ਹੁੰਦੇ ਆ ਕਿਸੇ ਇੱਕ ਇਸ਼ੂ ਨੂੰ ਲੈ ਕੇ। ਸਮਟਾਈਮਸ ਦ ਗੌਰਮੈਂਟ ਮੇ ਨੋਟ ਲਾਸਟ ਅ ਫੁੱਲ ਟਰਮ, ਕਹਿੰਦੇ ਕਈ ਵਾਰ ਕੀ ਹੁੰਦਾ ਸਰਕਾਰ ਸਹੀ ਤਰੀਕੇ ਨਾਲ ਨਹੀਂ ਚੱਲਦੀ, ਉਹਨੂੰ ਫੁੱਲ ਟਰਮ ਨਹੀਂ ਆਉਂਦੀ। ਇਫ ਦੇਅਰ ਇਜ਼ ਅ ਡਿਸਐਗਰੀਮੈਂਟ ਔਨ ਐਨੀ ਇਸ਼ੂ, ਕਹਿੰਦੇ ਅਗਰ ਕਿਸੇ ਇਸ਼ੂ ਦੇ ਉੱਪਰ ਇਹਨਾਂ ਦਾ ਸਰਕਾਰ ਦਾ ਸਮਝੌਤਾ ਨਾ ਹੋਵੇ, ਐਨੀ ਵਨ ਔਰ ਮੋਰ ਆਫ ਦਾ ਪਾਰਟੀਜ਼ ਕੁਡ ਵਿਦਡਰੋਅਲ ਸਪੋਰਟ, ਤਾਂ ਉਹ ਕੀ ਹੋ ਜਾਂਦੀ ਹੈ, ਉਹਦੀ ਸਪੋਰਟ ਹੁੰਦੀ ਹੈ ਜਿਹੜੀ ਵਿਦਡਰੋਅਲ ਲੈ ਲੈਂਦੀ ਹੈ, ਅਤੇ ਜਿਹੜੀ ਗੌਰਮੈਂਟ ਹੈ, ਜਿਹੜੀ ਸਰਕਾਰ ਹੈ, ਉਹ ਨਹੀਂ ਚੱਲਦੀ। ਨੈਕਸਟ ਟੋਪਿਕ ਇਜ਼ ਡੈਮੋਕ੍ਰੇਸੀ ਇਨ ਇੰਡੀਆ, ਕਿ ਭਾਰਤ ਦੇ ਵਿੱਚ ਡੈਮੋਕ੍ਰੇਸੀ ਦੀ ਸਰਕਾਰ ਆ। ਇੰਡੀਆ ਇਜ਼ ਦਾ ਲਾਰਜੈਸਟ ਡੈਮੋਕ੍ਰੇਸੀ ਇਨ ਦਾ ਵਰਲਡ, ਕਿ ਭਾਰਤ ਦੇ ਵਿੱਚ ਸਭ ਤੋਂ ਵੱਡੀ ਕੀ ਹੈ ਜੀ, ਡੈਮੋਕ੍ਰੇਸੀ ਦੀ ਸਰਕਾਰ ਆ। ਆਈਡਲੀ ਇਨ ਅ ਡੈਮੋਕ੍ਰੇਸੀ ਆਲ ਸਿਟੀਜ਼ਨ ਸ਼ੁੱਡ ਬੀ ਇਕੁਅਲ, ਕਹਿੰਦੇ ਆਦਰਸ਼ਵਾਦੀ ਤੌਰ 'ਤੇ ਜਿਹੜੀ ਡੈਮੋਕ੍ਰੇਸੀ ਹੁੰਦੀ ਹੈ ਇਹਦੇ ਵਿੱਚ ਸਾਰੇ ਨਾਗਰਿਕ ਇੱਕ ਸਮਾਨ ਹੁੰਦੇ ਨੇ। ਇਨ ਇੰਡੀਆ ਇਟ ਵੁੱਡ ਮੀਨ ਦੈਟ ਦ ਰਿਚ ਐਂਡ ਦ ਪੂਅਰ, ਮੁਸਲਿਮ ਐਂਡ ਦ ਹਿੰਦੂਜ਼, ਬ੍ਰਾਹਮਨਸ ਐਂਡ ਦ ਦਲਿਤ, ਮੈਨ ਐਂਡ ਵੂਮੈਨ ਆਲ ਆਰ ਇਕੁਅਲ ਬਿਫੋਰ ਲਾ, ਕਹਿੰਦੇ ਕਾਨੂੰਨ ਦੀਆਂ ਨਜ਼ਰਾਂ ਦੇ ਵਿੱਚ, ਕਾਨੂੰਨ ਵਿੱਚ ਹਰ ਇੱਕ ਇਨਸਾਨ ਇਕੁਅਲ ਹੈ, ਇੱਕ ਬਰਾਬਰ ਆ, ਚਾਹੇ ਅਮੀਰ ਹੈ, ਚਾਹੇ ਗਰੀਬ ਹੈ, ਚਾਹੇ ਕੋਈ ਮੁਸਲਮਾਨ ਆ, ਚਾਹੇ ਹਿੰਦੂ ਆ, ਚਾਹੇ ਬ੍ਰਾਹਮਣ ਆ, ਚਾਹੇ ਉਹ ਦਲਿਤ ਆ, ਐਸੀ ਕੈਟਾਗਰੀ ਨੂੰ ਸੰਬੰਧ ਰੱਖਦਾ, ਚਾਹੇ ਇੱਕ ਆਦਮੀ ਆ, ਚਾਹੇ ਇੱਕ ਔਰਤ ਆ, ਸਾਰੇ ਇੱਕ ਸਮਾਨ ਨੇ, ਇੱਕ ਬਰਾਬਰ ਨੇ। ਬਟ ਦਿਸ ਸਟਿਲ ਰਿਮੇਨਸ ਅ ਡਰੀਮ ਫਾਰ ਮੋਸਟ ਆਫ ਦਾ ਪੀਪਲ ਇਨ ਇੰਡੀਆ, ਬਟ ਕਹਿੰਦੇ ਕੀ ਹੈ, ਇਹ ਬਹੁਤ ਜਿਹੜੇ ਭਾਰਤ ਦੇ ਬਹੁਤ ਸਾਰੇ ਲੋਕ ਆ ਉਹਨਾਂ ਦੇ ਲਈ ਇਹ ਗੱਲ ਸਿਰਫ ਇੱਕ ਸੁਪਨਾ ਹੀ ਹੈ। They may be equal in the eyes of the law, but socially and economically there is a lot of inequality between groups. ਇਹ ਸੁਪਨਾ ਕਿਉਂ ਆ ਬੇਟਾ? ਕਹਿੰਦੇ ਉਹ ਚਾਹੇ ਕਾਨੂੰਨ ਦੀਆਂ ਨਜ਼ਰਾਂ ਦੇ ਵਿੱਚ ਇੱਕ ਸਮਾਨ ਹੋਣ, ਇੱਕ ਬਰਾਬਰ ਹੋਣ, ਪਰ ਸਮਾਜਿਕ ਤੌਰ 'ਤੇ ਜਾਂ ਫਿਰ ਆਰਥਿਕ ਤੌਰ 'ਤੇ, ਠੀਕ ਹੈ ਜੀ, ਕਹਿੰਦੇ ਉਹਨਾਂ ਦੇ ਵਿੱਚ ਬਹੁਤ ਜ਼ਿਆਦਾ ਫਰਕ ਹੁੰਦਾ, ਬਹੁਤ ਜ਼ਿਆਦਾ ਅਸਮਾਨਤਾ ਹੁੰਦੀ ਆ, ਠੀਕ ਹੈ ਜੀ, ਅਲੱਗ-ਅਲੱਗ ਗਰੁੱਪਸ ਦੇ ਵਿੱਚ। Indian society still continue to be trained with social evils like untouchability and discrimination, ਕਹਿੰਦੇ ਜਿਹੜੀ ਭਾਰਤੀ ਮਤਲਬ ਸੁਸਾਇਟੀ ਆ, ਜਿਹੜੇ ਇੱਥੋਂ ਦੇ ਲੋਕ ਨੇਗੇ, ਉਹਨਾਂ ਦੇ ਵਿੱਚ ਕੀ ਹੁੰਦਾ ਬੇਟਾ, ਉਹਨਾਂ ਦੇ ਵਿੱਚ ਸਮਾਜਿਕ ਬੁਰਾਈਆਂ ਲਗਾਤਾਰ ਚੱਲਦੀਆਂ ਰਹਿੰਦੀਆਂ ਨੇ। ਕਿੱਦਾਂ? ਜਿੱਦਾਂ ਛੂਤ ਛਾਤ ਦਾ ਵਿਵਹਾਰ ਆ ਗਿਆ, ਠੀਕ ਹੈ ਜੀ, ਕਿ ਅਸੀਂ ਉੱਚੀ ਜਾਤੀ ਦੀਆਂ ਲੋਅਰ ਕਾਸਟ ਦੇ ਲੋਕਾਂ ਨੂੰ ਅਸੀਂ ਟੱਚ ਨਹੀਂ ਕਰਨ ਦੇਣਾ, ਜਾਂ ਉਹਨਾਂ ਨੂੰ ਇੱਥੇ ਐਂਟਰ ਨਹੀਂ ਕਰਨ ਦੇਣਾ। ਅਤੇ ਉਹਨਾਂ ਦੇ ਕੀ ਹੁੰਦਾ ਹੈ, ਸੈਕਿੰਡ ਡਿਸਕ੍ਰਿਮੀਨੇਸ਼ਨ, ਮਤਲਬ ਵਿਤਕਰਾ ਕਰਨਾ। ਵੂਮੈਨਸ ਆਰ ਨਾਟ ਗਿਵਨ ਇਕੁਅਲ ਟਰੀਟਮੈਂਟ ਐਂਡ ਕ੍ਰਾਈਮ ਅਗੇਂਸਟ ਦੈਮ ਸਟਿਲ ਕੰਟੀਨਿਊ,
ਜਿਹੜੀਆਂ ਔਰਤਾਂ ਹੁੰਦੀਆਂ ਨੇ ਉਹਨਾਂ ਨੂੰ ਇੱਕੋ ਜਿਹਾ ਵਿਵਹਾਰ ਉਹਨਾਂ ਦੇ ਨਾਲ ਨਹੀਂ ਕੀਤਾ ਜਾਂਦਾ ਜਿਵੇਂ ਇੱਕ ਮਰਦ ਦੇ ਨਾਲ ਕੀਤਾ ਜਾਂਦਾ ਅਤੇ ਉਹਨਾਂ ਦੇ ਖਿਲਾਫ ਕੀ ਹੁੰਦਾ ਰਹਿੰਦਾ ਬੇਟਾ, ਜ਼ੁਲਮ ਜਿਹੜਾ ਉਹਨਾਂ ਦੇ ਖਿਲਾਫ ਹੈ ਉਹ ਅੱਜ ਵੀ ਚੱਲਦਾ। ਇਫ ਵੀ ਆਰ ਆ ਸੋਸ਼ਲਿਸਟ ਰਿਪਬਲਿਕ ਐਜ਼ ਸਟੇਟਡ ਇਨ ਆਰ ਕੌਂਸਟੀਟਿਊਸ਼ਨ, ਕਹਿੰਦੇ ਜੇਕਰ ਅਸੀਂ ਕੀ ਆ ਸਮਾਜਿਕ ਤੌਰ 'ਤੇ ਅਸੀਂ ਇੱਕ ਬਰਾਬਰ ਆ, ਸਾਰਿਆਂ ਨੂੰ ਇੱਕ ਰਾਈਟ ਨੇਗੇ ਜਿਵੇਂ ਸਾਡੇ ਸੰਵਿਧਾਨ ਦੇ ਵਿੱਚ ਹੈਗੇ ਹੈ, then it is our duty to eliminate these differences, ਕਹਿੰਦੇ ਤਾਂ ਇਹ ਆਪਣੀ ਡਿਊਟੀ ਆਪਣਾ ਫਰਜ਼ ਬਣਦਾ ਹੈ ਕਿ ਆਪਾਂ ਇਸ ਜਿਹੜਾ ਫ਼ਰਕ ਹੈ ਇਸ ਫ਼ਰਕ ਨੂੰ ਆਪਾਂ ਖ਼ਤਮ ਕਰ ਦਈਏ। for the Indian democracy to become stronger we need the following, ਹਾਂਜੀ ਕਹਿੰਦੇ ਅਗਰ ਆਪਾਂ ਜਿਹੜੀ ਰਾਜਨੀਤੀ ਮਤਲਬ ਜਿਹੜੀ ਸਰਕਾਰ ਹੈ ਡੈਮੋਕ੍ਰੇਸੀ ਵਾਲੀ, ਅਗਰ ਆਪਾਂ ਉਹਨੂੰ ਮਜ਼ਬੂਤ ਬਣਾਉਣਾ ਬੇਟਾ, ਠੀਕ ਹੈ ਜੀ, ਤਾਂ ਆਪਾਂ ਨੂੰ ਕੀ ਕਰਨਾ ਪਊਗਾ, ਡੈਮੋਕ੍ਰੇਸੀ ਨੂੰ ਸਟਰੋਂਗ ਬਣਾਉਣ ਦੇ ਲਈ ਆਪਾਂ ਨੂੰ ਨੀਚੇ ਦੋ ਜੋ ਵੀ ਲਿਖੇ ਹੋਏ ਆ ਉਹਨਾਂ ਦੀ ਜ਼ਰੂਰਤ ਆ। ਫਸਟ ਆ ਜੀ ਰਿਸਪੋਂਸੀਬਲ ਸਿਟੀਜ਼ਨਸ਼ਿਪ। ਰਿਸਪੋਂਸੀਬਲ ਸਿਟੀਜ਼ਨਸ਼ਿਪ ਕੀ ਹੈ ਬੇਟਾ, ਕਹਿੰਦੇ ਇਨ ਅ ਡੈਮੋਕ੍ਰੇਸੀ ਵੇਅਰ ਪੀਪਲ ਇਲੈਕਟ ਦੇਅਰ ਲੀਡਰਸ, ਡੈਮੋਕ੍ਰੇਸੀ ਦੇ ਵਿੱਚ ਆਪਾਂ ਕੀ ਕਰਦੇ ਹਾਂ ਆਪਣੇ ਲੀਡਰਸ ਨੂੰ ਆਪਾਂ ਖੁਦ ਚੂਜ਼ ਕਰਦੇ ਹਾਂ। ਅ ਗ੍ਰੇਟਰ ਰਿਸਪੋਂਸੀਬਿਲਿਟੀ ਰੈਸਟ ਔਨ ਦਾ ਇਲੈਕਟੋਰੇਟ, ਹਾਂਜੀ ਕਿ ਜਿਹੜੇ ਇਲੈਕਟੋਰੇਟ ਹੁੰਦੇ ਆ ਜਿਹੜੇ ਵੋਟਰ ਹੁੰਦੇ ਆ ਉਹਨਾਂ ਦੇ ਵੱਡੀ ਕੀ ਹੁੰਦੀ ਹੈ ਇੱਕ ਜ਼ਿੰਮੇਵਾਰੀ ਹੁੰਦੀ ਆ, ਠੀਕ ਹੈ ਜੀ। ਇਫ ਪੀਪਲ ਹੈਵ ਟੂ ਮੇਕ ਦਾ ਰਾਈਟ ਚੋਇਸ ਦੇ ਹੈਵ ਟੂ ਬੀ ਰਿਸਪੋਂਸੀਬਲ ਸਿਟੀਜ਼ਨਸ, ਕਹਿੰਦੇ ਅਗਰ ਉਹ ਸਹੀ ਚੂਜ਼ ਕਰਦੇ ਆ ਸਹੀ ਪਸੰਦ ਮਤਲਬ ਲੀਡਰ ਨੂੰ ਇਲੈਕਟ ਕਰਦੇ ਆ ਤਾਂ ਉਹ ਇੱਕ ਜ਼ਿੰਮੇਵਾਰ ਕੀ ਨੇ ਨਾਗਰਿਕ ਨੇਗੇ। ਫॉर this it is necessary that the Indian citizens be educated and make aware of the value, ਕੀ ਕਹਿੰਦੇ ਆ, ਕਹਿੰਦੇ ਅਗਰ ਆਪਾਂ ਨੇ ਸਹੀ ਇਨਸਾਨ ਚੁਣਨਾ, ਸਹੀ ਲੀਡਰ ਆਪਾਂ ਨੇ ਚੁਣਨਾ ਤਾਂ ਇਹਦੇ ਲਈ ਜ਼ਰੂਰੀ ਹੈ ਕਿ ਜਿਹੜੇ ਭਾਰਤ ਦੇ ਨਾਗਰਿਕ ਨੇ ਉਹ ਪੜ੍ਹੇ ਲਿਖੇ ਹੋਣ, ਠੀਕ ਹੈ ਜੀ। ਐਂਡ ਮੇਡ ਅਵੇਅਰ ਆਫ ਦਾ ਵੈਲਿਊ ਐਂਡ ਇੰਪੋਰਟੈਂਸ ਆਫ ਦੇਅਰ ਵੋਟ, ਅਤੇ ਉਹਨਾਂ ਨੂੰ ਪਤਾ ਹੋਵੇ ਕਿ ਜਿਹੜੀ ਉਹਨਾਂ ਦੀ ਵੋਟ ਆ ਉਹਦੀ ਕੀ ਵੈਲਿਊ ਹੈ, ਕੀ ਉਹਦੀ ਮਹੱਤਤਾ ਹੈ। ਸਿਟੀਜ਼ਨਸ ਹੂ ਡੂ ਨਾਟ ਨੋ ਦਾ ਪਾਵਰ ਆਫ ਦਾ ਵੋਟ, ਕਹਿੰਦੇ ਇੱਦਾਂ ਦੇ ਨਾਗਰਿਕ ਜਿਨ੍ਹਾਂ ਨੂੰ ਆਪਣੀ ਵੋਟ ਦੀ ਪਾਵਰ ਦਾ ਨਹੀਂ ਪਤਾ, ਵੋਟ ਦੀ ਸ਼ਕਤੀ ਦਾ ਨਹੀਂ ਪਤਾ। ਟੂ ਚੇਂਜ ਦਾ ਫੇਥ ਐਂਡ ਫਿਊਚਰ ਆਫ ਦੀ ਕੰਟਰੀ, ਉਹ ਕੀ ਕਰਦੇ ਆ ਕੰਟਰੀ ਦਾ ਫਿਊਚਰ ਚੇਂਜ ਕਰ ਦਿੰਦੇ ਆ। ਕਿੱਦਾਂ ਚੇਂਜ ਕਰ ਦਿੰਦੇ ਆ, ਗਿਵ ਇਨ ਟੂ ਕਰਪਟ ਪ੍ਰੈਕਟਿਸਿਸ ਲਾਈਕ ਦਾ ਸੈਲਿੰਗ ਆਫ ਦੇਅਰ ਵੋਟਸ, ਤਾਂ ਉਹ ਕੀ ਕਰ ਦਿੰਦੇ ਆ ਗਲਤ ਕਰ ਦਿੰਦੇ ਆ। ਗਲਤ ਕਿੱਦਾਂ ਕਰ ਦਿੰਦੇ ਆ, ਆਪਣੀ ਵੋਟ ਸੇਲ ਕਰ ਦਿੰਦੇ ਆ ਇੱਕ ਅਜਿਹੇ ਇਨਸਾਨ ਨੂੰ ਜਿਹੜਾ ਕਿ ਸਹੀ ਨਹੀਂ ਹੁੰਦਾ। ਨੈਕਸਟ ਆ ਜੀ ਗੁੱਡ ਲੀਡਰਸ। ਗੁੱਡ ਲੀਡਰਸ ਦੇ ਵਿੱਚ ਕੀ ਆਉਂਦਾ ਬੇਟਾ, ਟੂ ਲੀਡ ਅ ਹਿਊਜ ਡੈਮੋਕ੍ਰੇਸੀ ਲਾਈਕ ਆਵਰਸ, ਕੀ ਕਹਿੰਦੇ ਆ, ਕਹਿੰਦੇ ਇੱਕ ਵੱਡੀ ਡੈਮੋਕ੍ਰੇਸੀ ਨੂੰ ਚਲਾਉਣਾ, ਠੀਕ ਹੈ ਜੀ। ਵੀ ਨੀਡ ਸਟਰੋਂਗ ਗੁੱਡ ਐਂਡ ਓਨੈਸਟ ਲੀਡਰਸ, ਤਾਂ ਸਾਨੂੰ ਇੱਕ ਮਜ਼ਬੂਤ ਚੰਗਾ ਅਤੇ ਇਮਾਨਦਾਰ ਕੀ ਚਾਹੀਦਾ, ਨੇਤਾ ਚਾਹੀਦਾ। ਪੀਪਲ ਹੂ ਪੁੱਟ ਨੈਸ਼ਨਲ ਇੰਟਰਸਟ ਅਹੈਡ ਆਫ ਪਰਸਨਲ ਇੰਟਰਸਟ, ਲੋਕ ਸਾਨੂੰ ਇੱਦਾਂ ਦਾ ਚਾਹੀਦਾ ਉਹ ਜਿਹੜਾ ਕੀ ਕਰੇ ਦੇਸ਼ ਦੇ ਜਿਹੜੇ ਦੇਸ਼ ਦਾ ਫਾਇਦਾ ਪਹਿਲਾਂ ਦੇਖੇ ਆਪਣੇ ਖੁਦ ਦੇ ਫਾਇਦੇ ਨਾਲ। ਸਿੰਸ ਦੇ ਰਿਪਰੈਜ਼ੈਂਟ ਦਾ ਪੀਪਲ ਇਨ ਦਾ ਗਵਰਨਮੈਂਟ ਦੇ ਸ਼ੁੱਡ ਹੈਵ ਦੀ ਵੈਲਫੇਅਰ ਆਫ ਦੀ ਨੇਸ਼ਨ ਕਲੋਜ਼ ਟੂ ਦੇਅਰ ਹਾਰਟ, ਤਾਂ ਕਹਿੰਦੇ ਹੁਣ ਇਹੋ ਜਿਹੇ ਜਿਹੜੇ ਨੇਤਾ ਹੁੰਦੇ ਨੇ ਉਹਨਾਂ ਨੇ ਕੀ ਕਰਨਾ ਹੁੰਦਾ, ਸਰਕਾਰ ਨੂੰ ਰੀਪ੍ਰਜੈਂਟ ਕਰਨਾ ਹੁੰਦਾ, ਠੀਕ ਹੈ ਜੀ। ਇਸੇ ਕਰਕੇ ਮਤਲਬ ਉਹ ਇੱਦਾਂ ਦੇ ਹੋਣੇ ਚਾਹੀਦੇ ਆ ਕਿ ਉਹ ਕੀ ਕਰਨ, ਸਮਾਜ ਦੀ ਭਲਾਈ ਕਰਨ, ਉਹਦੇ ਦੇਸ਼ ਦੀ ਭਲਾਈ ਕਰਨ। ਪਹਿਲਾ ਮੋਟਿਵ ਉਹਨਾਂ ਦਾ ਇਹ ਹੋਣਾ ਚਾਹੀਦਾ। ਇਫ ਪਰਸਨਲ ਇਨਫਲੂਐਂਸਿਸ ਮਨੀ ਐਂਡ ਮਸਲ ਪਾਵਰ ਟੇਕ ਓਵਰ ਡੈਮੋਕ੍ਰੇਸੀ ਫੇਲਸ ਟੂ ਬੀ ਇਫੈਕਟਿਵ, ਕਹਿੰਦੇ ਜੇਕਰ ਕੀ ਹੋਵੇ ਮਤਲਬ ਪਰਸਨ ਹੈ ਜੇ ਨਿੱਜੀ ਫਾਇਦਾ ਜਿਹੜਾ ਉਹ ਦੇਖਣ ਵਾਲਾ ਹੋਵੇ, ਨਿੱਜੀ ਪ੍ਰਭਾਵ ਆਪਣਾ ਰੱਖਦਾ ਹੋਵੇ, ਤਾਂ ਜਿਹੜਾ ਪੈਸਾ ਅਤੇ ਮਤਲਬ ਕੀ ਆ ਮਸਲ ਪਾਵਰ ਆ, ਠੀਕ ਹੈ ਜੀ, ਟੇਕ ਓਵਰ ਹੋ ਜਾਏਗੀ, ਤਾਂ ਜਿਹੜੀ ਇਸ ਰਸਤੇ ਦੇ ਵਿੱਚ ਜਿਹੜੀ ਡੈਮੋਕ੍ਰੇਸੀ ਸਿਸਟਮ ਆ ਉਹ ਫੇਲ ਹੋ ਜਾਊਗਾ, ਉਹ ਚੱਲੂਗਾ ਨਹੀਂ। ਲੀਡਰਸ ਮਸਟ ਬੀ ਮੋਰਲੀ ਸਟਰੋਂਗ ਵਿਦ ਅ ਡਿਜ਼ਾਇਰ ਟੂ ਸਰਵ ਦੀ ਪੀਪਲ, ਕਹਿੰਦੇ ਜਿਹੜੇ ਲੀਡਰਸ ਨੇਗੇ ਜਿਹੜੇ ਨੇਤਾ ਨੇ ਉਹ ਇੱਦਾਂ ਦੇ ਹੋਣੇ ਚਾਹੀਦੇ ਆ, ਇੰਨੇ ਮਜ਼ਬੂਤ ਹੋਣੀ ਚਾਹੀਦੀ ਆ,
ठीक है जी, इन्नी स्ट्रॉन्ग उन्हां दी डिज़ायर होनी चाहिए कि ਉਹ ਕੀ ਕਰਨ, ਸਰਵ ਦੀ ਪੀਪਲ, ਲੋਕਾਂ ਦੀ ਸੇਵਾ ਕਰਨ ਵਾਲੇ ਹੋਣ। ਪੋਲੀਟੀਸ਼ੀਅਨਸ ਹੂ ਆਰ ਨॉट ਮੋਰਲੀ ਸਾਊਂਡ ਮੇਕ ਇਲੈਕਸ਼ਨ ਪ੍ਰੋਮਿਸਿਸ दैट आर नॉट आलवेज कैप्ट। मतलब पॉलीटिशियंस ने जिहड़े, ठीक है जी, वो इदां आवाज़ ना करन, इदां दे प्रॉमिसिस ना करन जिहड़े उन्होंने की नहीं हुंदे, निभाए नहीं हुंदे। सो नैक्सट जिहड़े टॉपिक बचे है बेटा, आपां नैक्सट वीडियो दे विच डिस्कस करांगे। थैंक यू जी।